जे मैं 70 साल का निरीक्षण करदा तो जी इंडियन स्टेट है उसकी पॉलिसी ही सिक्खी नूं खत्म करन दी है। 450 महाराज के स्वरूप कनेडा की बंदरगाह ते ही सलाबे गए, उन्होंने बेअदबी उत्थे करती गई। 450 स्वरूप कनेडा की धरती पर पहुँचे ने, श्रोमणी कमेटी वालों जाते हैं। उन्होंने चाल ये सी कि वेला होकर सुखबीर जाऊगा तो उत्थे जाके अपने हथी एक जिन्हें वो अपने तौर पर पखंड करते हैं, अड अड कमेटियां नूं बुला के भी बड़े वड्डे दानी ने जी, बड़े सिख ने जी, नूं वेल नहीं मिली। इस करके उन्होंने महाराज के स्वरूपों की परवाह नहीं की। पर लौंगोवाल ते आने इन्हें ये भी इल्जाम लगते हैं कि डेरा सिरसा नाल बड़े गूढ़े संबंध सन इन्हां दे। डेरा सिरसा नाल संबंध करके तो श्रोमणी कमेटी का प्रधान बने। टाइम ते थां बदलती रहिंदी आ पर बेअदबी फिर भी जारी आ। एक पासे 100 की गिनती में गुरु ग्रंथ साहब लापता हो गए ने, बरगाड़ी वाला, बाइबल वाला, जवाहर सिंह वाला मसला अजे हल नहीं होया। ਜਿਹੜੇ ਨਰੈਣੂ ਮਹੰਤ ਨੇ ਉਹ ਅੱਜ ਦੀ ਟਾਈਮ ਦੇ ਵਿੱਚ ਬਦਲਦੇ ਰਹਿੰਦੇ ਆ, ਸ਼ਕਲਾਂ ਬਦਲਦੀਆਂ ਰਹਿੰਦੀਆਂ ਨੇ। ਅੱਜ ਦੇ ਟਾਈਮ ਦੇ ਵਿੱਚ ਇਹ ਨੇ ਜਿਹੜੇ ਲੌਂਗੋਵਾਲ ਹੋਣੀ ਉੱਥੇ ਆਪ ਮੂਹਰੇ ਹੋ ਕੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਾ ਰਹੇ ਨੇ। ਜਿਹੜੀ ਜੀ 450 ਸਰੂਪਾਂ ਦੀ ਆਪਾਂ ਸ਼੍ਰੀ ਗੁਰੂ ਕੈਨੇਡਾ ਕਹਿੰਦੇ ਆ 2014 ਦਾ, ਉਹਦੇ ਵਿੱਚ ਮਹਾਰਾਜ ਦੇ ਅੰਗ ਜਿਹੜੇ ਆ ਉਹ ਸਲਾਬੇ ਹੋ ਗਏ ਸੀਗੇ ਜਿਹੜੇ ਬਈ ਪਾਣੀ ਨਾਲ। पर जो मैनू पता लग्या भी वो इन्होंने गुप्त तौर पर फिर घट रेटा के फिर उत्थे किते दे दिते आ। कागजां दे विच बस उत्थे ही खड़ी आ, जिहड़े महाराज के स्वरूप उहदे विच ने, पर वो असल दे विच बस भी उत्थों गैप कर दी गई है तो जिहड़े महाराज के स्वरूप ने वो भी गैप कर दिते गए ने। काल चैनल देख रहे देश विदेश के सारे दर्शकों का निघा स्वागत। मैं है जगमीत सिंह। जिवें तुहानूं पता ही है, साहिब श्री गुरु ग्रंथ साहिब की ਜਿਹੜੇ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਕੁਝ ਗਲਤੀਆਂ ਕਰਕੇ ਜਿਹੜੇ ਉਹ ਗਾਇਬ ਹੋ ਗਏ ਸਨ ਜਾਂ ਗੁੰਮ ਹੋ ਗਏ ਜਾਂ ਲਾਪਤਾ ਹੋ ਗਏ, ਕੋਈ ਵੀ ਸ਼ਬਦ ਦੇ ਲਓ, ਉਹ ਹੀ ਥੋੜ੍ਹਾ ਹੈ ਜਾਂ ਸ਼੍ਰੋਮਣੀ ਕਮੇਟੀ ਦੀ ਗਲਤੀ ਮੰਨ ਲਓ। ਉਸ ਤੋਂ ਬਾਅਦ ਜਿਹੜਾ ਸਿੱਖ ਸੰਗਤਾਂ ਦੇ ਵਿੱਚ ਕਾਫੀ ਰੋਸ ਹੈ ਚੱਲਦਾ ਆ ਰਿਹਾ ਅਤੇ ਆਉਣ ਵਾਲੇ ਸਮੇਂ ਵਿੱਚ ਰਹੇਗਾ ਵੀ, ਕਿਉਂਕਿ ਪਹਿਲਾਂ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪਿੱਛੇ ਬਰਗਾੜੀ ਦੇ ਵਿੱਚ ਐਡਾ ਵੱਡਾ ਧਰਨਾ, ਉਸ ਤੋਂ ਬਾਅਦ ਉੱਥੇ ਪੁਲਿਸ ਤੇ ਨਿਹੱਥੇ ਸਿੰਘਾਂ 'ਤੇ ਗੋਲੀਆਂ ਚਲਾ ਕੇ 2 ਸਿੰਘ ਸ਼ਹੀਦ ਕਰਦੇ ਨੇ, ਲਾਠੀ ਚਾਰਜ ਕਰ ਦੇਣਾ, ਕਈ ਕੁਛ ਹੋਇਆ ਸੀ। ਹੁਣ ਫਿਰ 100 ਦੇ ਵਿੱਚ ਗਿਣਤੀ ਆ, ਹੋ ਸਕਦਾ ਆਉਣ ਵਾਲੇ ਦਿਨਾਂ 'ਚ ਵੱਧ ਕੇ ਹਜ਼ਾਰਾਂ ਤੱਕ ਚਲੀ ਜਾਵੇ, ਕਿਉਂਕਿ ਇੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਦਾ ਹੀ ਬਿਆਨ ਆਇਆ ਸੀਗਾ ਕਿ ਇਹਨਾਂ ਦੀ ਗਿਣਤੀ ਜੇ ਪੂਰੀ ਡੂੰਘਾਈ ਦੇ ਵਿੱਚ ਜਾਈਏ ਤਾਂ ਗਿਣਤੀ ਹਜ਼ਾਰਾਂ ਤੱਕ ਚਲੀ ਜਾ ਸਕਦੀ ਹੈ। ਇਸ ਦੇ ਸੰਬੰਧੀ ਜਿਹੜੇ ਪ੍ਰਧਾਨ ਹੈਗੇ ਨੇ ਲੌਂਗੋਵਾਲ, ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਦੀ ਕੋਠੀ ਦੇ ਬਾਹਰ ਅੱਜ ਸਿੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀਗਾ। ਧਰਨਾ, ਇੱਕ ਤਰ੍ਹਾਂ ਦਾ ਧਰਨਾ ਕਹਿ ਲਓ, ਧਰਨਾ ਲਾ ਦਿੱਤਾ ਗਿਆ, ਸਟੇਜ ਲਾ ਦਿੱਤੀ ਗਈ ਆ, ਟੈਂਟ ਲਾ ਕੇ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਇੱਥੇ ਆ ਗਈਆਂ। ਸਾਡੇ ਨਾਲ ਪ੍ਰੋਫੈਸਰ ਮਹਿੰਦਰਪਾਲ ਸਿੰਘ ਮੌਜੂਦ ਨੇ, ਗੱਲਬਾਤ ਕਰਦੇ ਹਾਂ ਕਿ ਪ੍ਰੋਫੈਸਰ ਸਾਹਿਬ ਅੱਜ ਇੱਥੇ ਆਏ ਹੋ, ਕੀ ਮਕਸਦ ਕੀ ਹੈ? ਇੱਥੇ ਆਉਣ ਦਾ ਮਕਸਦ ਜਿਵੇਂ ਆਪ ਜੀ ਨੇ ਦੱਸਿਆ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਰਾਹੀਂ ਜਾਣ ਬੁੱਝ ਕੇ ਗੁੰਮ ਕੀਤੀਆਂ ਗਈਆਂ ਨੇ, ਇਸ ਕਰਕੇ ਆਏ ਹਾਂ। ਜੇ ਕੋਈ ਮੈਨੂੰ ਕਹੇ ਕਿ ਜਾਣ ਬੁੱਝ ਕੇ ਤੁਸੀਂ ਕਹਿੰਦੇ ਹੋ, ਬਿਲਕੁਲ ਜਦੋਂ 2007 ਦੇ ਵਿੱਚ ਇੱਕ ਫੈਸਲਾ ਹੁੰਦਾ ਹੈ ਤਲਵੰਡੀ ਸਾਬੋ, ਪੰਥ ਫੈਸਲਾ ਕਰਦਾ ਹੈ ਕਿ ਜਿਹੜਾ ਸਿਰਸਾ ਸਾਧ ਹੈ ਇਹਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਉਹਨਾਂ ਵਰਗੇ ਕੱਪੜੇ ਪਾ ਕੇ ਲਿਬਾਸ ਪਹਿਨ ਕੇ ਅੰਮ੍ਰਿਤ ਛਕਾਉਣ ਦੀ ਨਕਲ ਕਰਕੇ, ਤਾਂ ਅਸੀਂ ਕੌਮੀ ਤੌਰ 'ਤੇ ਫੈਸਲਾ ਕਰਦੇ ਹਾਂ ਕਿ ਅੱਜ ਤੋਂ ਬਾਅਦ ਇਹਦੇ ਨਾਲ ਕਿਸੇ ਤਰ੍ਹਾਂ ਦੀ ਸਾਂਝ ਨਹੀਂ ਹੋਏਗੀ। ਉਸ ਤੋਂ ਬਾਅਦ ਕਿਹੜਾ ਐਸਾ ਹੱਥ ਸੀ, ਕਿਹੜੀ ਐਸੀ ਸਾਜ਼ਿਸ਼ ਸੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨੂੰ ਮਜਬੂਰ ਕਰਦੀ ਸੀ ਕਿ ਉਹ ਬਾਬੇ ਨੂੰ ਬਿਨਾਂ ਮਾਫੀ ਮੰਗਿਆ ਮਾਫ ਕਰ ਦੇ ਤੇ ਬਾਬੇ ਦੇ ਬੰਦੇ ਬੇਅਦਬੀ ਕਰੀ ਜਾਣ। ਤੇ ਬਾਬਾ 2017 ਦੀਆਂ ਵਿਧਾਨ ਸਭਾ ਇਲੈਕਸ਼ਨ ਵਿੱਚ ਸ਼ਰੇਆਮ ਨੰਗਾ ਚਿੱਟਾ ਅਖਬਾਰਾਂ ਹੀ ਬਾਦਲ ਦਾ ਸਮਰਥਨ ਕਰਦੇ। ਇਸ ਕਰਕੇ ਮੈਂ ਕਿਹਾ ਕਿ ਇਹ ਗਿਣੀ ਮਿੱਥੀ ਸਾਜ਼ਿਸ਼ ਤਹਿਤ ਮਹਾਰਾਜ ਗੁੰਮ ਕੀਤੇ ਗਏ ਨੇ। ਹੁਣ ਇਹ ਬਣਾਉਣਾ ਚਾਹੁੰਦੇ ਨੇ ਪੈਸਿਆਂ ਦਾ ਮਾਮਲਾ ਵੀ ਪੈਸੇ ਜਮ੍ਹਾਂ ਕਰਾ ਦਈਏ। ਇੱਦਾਂ ਆਖਰ ਉਹ ਮਹਾਰਾਜ ਦੇ ਸਰੂਪ ਜਾਗਤ ਜੋਤ ਹੈ ਕਿੱਥੇ, ਗਈ ਕਿੱਥੇ? ਸਾਡਾ ਸਵਾਲ ਇਹ ਹੈ।
ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨਦੇ ਆ। ਇੱਕ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬੇਅਦਬੀ ਹੋਈ ਸੀ, ਇੱਕ ਦੀ ਹੋਈ ਸੀ ਜਾਂ ਜ਼ਿਆਦਿਆਂ ਦੀ ਹੋਈ ਸੀ, ਉਹ ਤਾਂ ਆਪਾਂ ਕਲੀਅਰ ਨਹੀਂ ਕਰ ਸਕਦੇ। ਜਦੋਂ ਬੁਰਜ ਜਵਾਹਰ ਸਿੰਘ ਵਾਲਾ ਬਰਗਾੜੀ ਬਾਈਬਲ ਕਲਾਂ ਇੱਥੇ ਗੋਲੀ ਵੀ ਚੱਲਦੀ ਆ, ਪ੍ਰਦਰਸ਼ਨਕਾਰੀਆਂ ਤੇ ਡਾਂਗਾਂ ਵੀ ਪੁਲਿਸ ਵੱਲੋਂ ਫੇਰੀਆਂ ਜਾਂਦੀਆਂ ਨੇ, ਗੰਦੇ ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ ਜਾਂਦੀਆਂ ਨੇ, ਉਹ ਹਜੇ ਮਾਮਲਾ ਜਿਹੜਾ ਸੁਲਝਿਆ ਨਹੀਂ ਸੀਗਾ। ਉਸ ਤੋਂ ਬਾਅਦ 100ਵਾਂ ਦੇ ਵਿੱਚ ਗਿਣਤੀ ਚਲੀ ਜਾਣੀ, ਗੁਰੂ ਗ੍ਰੰਥ ਸਾਹਿਬ ਜਿਹੜੇ ਲਾਪਤਾ ਹੋ ਜਾਣੇ। ਇਹਦੇ 'ਚ ਮੁੱਖ ਦੋਸ਼ੀ ਕਿਹਨੂੰ ਮੰਨਦੇ ਹੋ? ਮੁੱਖ ਦੋਸ਼ੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਚੇਲੇ ਸੈਣੀ, ਡੀਜੀਪੀ ਸਾਬਕਾ ਤੇ ਉਮਰਾ ਨੰਗਲ ਵਰਗੇ ਸਾਰੇ ਇਹ ਮੁੱਖ ਦੋਸ਼ੀ ਨੇ। ਤੇ ਇੰਨਾ ਹੀ ਦੋਸ਼ੀ ਬਰਾਬਰ ਦਾ ਇਹਨਾਂ ਦਾ ਭਾਈਵਾਲ ਹੈ ਸਿਰਸਾ ਸਾਹਿਬ, ਜਿਹੜਾ ਅੱਜ ਕਿਸੇ ਹੋਰ ਕੁਕਰਮ ਕਰਕੇ ਜੇਲ੍ਹ 'ਚ ਬੈਠਾ ਹੈ। ਇਹ ਸਾਰੀ ਜੁੰਡਲੀ ਆ, ਪਰ ਇਹ ਇੰਡੀਅਨ ਸਟੇਟ ਜਿਹੜੀ ਹੈ, ਜੇ ਮੈਂ 70 ਸਾਲ ਦਾ ਨਿਰੀਖਣ ਕਰਦਾ ਤਾਂ ਜਿਹੜੀ ਇੰਡੀਅਨ ਸਟੇਟ ਹੈ ਉਹਦੀ ਪਾਲਿਸੀ ਹੀ ਸਿੱਖੀ ਨੂੰ ਖਤਮ ਕਰਨ ਦੀ ਹੈ। ਇਹ ਉਹਦੀਆਂ ਅੱਡ-ਅੱਡ ਸਟੈਪ ਨੇ। ਕਦੇ ਤਾਂ ਸਾਡਾ ਅਕਾਲ ਤਖਤ ਸਾਹਿਬ ਢਾਹ ਦੇਣਾ, ਕਦੇ ਸਾਡੇ ਜਿਹੜੇ ਧਰਮ ਦੀ ਗੱਲ ਕਰਨ ਵਾਲੇ ਉਹਨਾਂ ਨੂੰ ਅੱਤਵਾਦੀ ਕਹਿ ਦੇਣਾ, ਕਦੇ ਸਾਡੇ ਬੱਚਿਆਂ ਨੂੰ ਗੰਦੀ ਗਾਇਕੀ ਵੱਲ ਤੋੜ ਦੇਣਾ, ਕਦੇ ਸਾਡੇ ਬੱਚਿਆਂ ਨੂੰ ਨਸ਼ਿਆਂ 'ਚ ਪਾ ਦੇਣਾ। ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਲੜੀਵਾਰ 5 ਸਾਲ ਹੋ ਗਏ ਨੇ ਬੇਅਦਬੀ ਕਰੀ ਜਾਣਾ, ਹਜੇ ਕੱਲ੍ਹ ਵੀ ਹੋ ਕੇ ਹਟੀ ਹੈ। ਟੋਟਲ ਤੁਹਾਨੂੰ ਕਿੰਨੇ ਲੱਗਦਾ ਵੀ ਸਰੂਪ ਗਿਣਤੀ ਹੈ ਕੋਈ? ਜਿਹੜੀ ਮੌਜੂਦਾ ਗੱਲ ਸਾਹਮਣੇ ਆ ਰਹੀ ਹੈ, ਦੇਖੋ ਗਿਣਤੀ ਤੁਹਾਡੀ ਗੱਲ ਮੈਂ ਵੱਡੀ ਕਰਦਾ, ਗਿਣਤੀ ਹਜੇ ਬਿਲਕੁਲ ਸਪਸ਼ਟ ਨਹੀਂ ਹੈ, ਪਰ ਜਿਹੜੀ ਸਾਹਮਣੇ ਆ ਰਹੀ ਆ ਉਹ ਕਰੀਬ 1000 ਹੈ। 513 ਤੇ SGPC ਦੇ ਅੱਡ-ਅੱਡ ਸੋਰਸ ਜਿਹੜੇ ਆਪਾਂ ਇਕੱਠੇ ਕਰੀਏ ਪਹੁੰਚ ਗਏ ਨੇ, ਤੇ 450 ਮਹਾਰਾਜ ਦੇ ਸਰੂਪ ਕੈਨੇਡਾ ਦੀ ਬੰਦਰਗਾਹ ਤੇ ਹੀ ਸਲਾਬੇ ਗਏ, ਉਹਨਾਂ ਦੀ ਬੇਅਦਬੀ ਉੱਥੇ ਕਰਤੀ ਗਈ। ਇਹ ਸਾਰਿਆਂ ਨੂੰ ਮਿਲਾ ਕੇ 450 ਸਰੂਪ ਕੈਨੇਡਾ ਦੀ ਧਰਤੀ ਤੇ ਪਹੁੰਚੇ ਨੇ, ਉਹ ਸ਼੍ਰੋਮਣੀ ਕਮੇਟੀ ਵੱਲੋਂ ਜਾਂਦੇ ਆ। ਸ਼੍ਰੋਮਣੀ ਕਮੇਟੀ ਨੇ ਭੇਜੇ ਨੇ। ਉਹਨਾਂ ਦੀ ਚਾਲ ਇਹ ਸੀ ਕਿ ਵਿਹਲਾ ਹੋ ਕੇ ਸੁਖਬੀਰ ਜਾਊਗਾ ਤੇ ਉੱਥੇ ਜਾ ਕੇ ਆਪਣੇ ਹੱਥੀ ਇੱਕ ਜਿਹਨੇ ਉਹ ਆਪਣੇ ਤੌਰ ਤੇ ਪਖੰਡ ਕਰਦੇ ਨੇ, ਅੱਡ-ਅੱਡ ਕਮੇਟੀਆਂ ਨੂੰ ਬੁਲਾ ਕੇ ਵੀ ਬੜੇ ਵੱਡੇ ਦਾਨੀ ਨੇ ਜੀ, ਬੜੇ ਸਿੱਖ ਨੇ ਜੀ, ਇਹ ਮਹਾਰਾਜ ਸਰੂਪ ਦੇ ਆਪਦੀ ਚੌਧਰ ਦੀ ਸੁਖਬੀਰ ਨੂੰ ਵੇਲ ਨਹੀਂ ਮਿਲੀ, ਇਸ ਕਰਕੇ ਉਹਨਾਂ ਨੇ ਮਹਾਰਾਜ ਦੇ ਸਰੂਪਾਂ ਦੀ ਪਰਵਾਹ ਨਹੀਂ ਕੀਤੀ। ਆਪਦੀ ਚੌਧਰ ਦੀ ਖਾਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਅ ਤੇ ਲਾਤਾ। ਬਿਲਕੁਲ ਸਪਸ਼ਟ ਹੋਇਆ, ਦਿਸਦਾ ਜੀ ਇਹਦੇ 'ਚ ਕੋਈ ਦੋ ਰਾਮਾ ਨਹੀਂ। ਤੁਸੀਂ ਕੈਨੇਡਾ ਤੋਂ ਰਿਕਾਰਡ ਕਢਾਓ, ਤੁਹਾਡੇ ਸਾਰੇ ਸੰਸਾਰ ਦੇ ਵਿੱਚ ਰਿਪੋਰਟਰ ਹੈਗੇ ਨੇ, ਤੁਸੀਂ ਉਹਨਾਂ ਨਾਲ ਰਿਕਾਰਡ ਕਢਾਓ ਕਿਹੜੀ ਤਰੀਕ ਨੂੰ ਉਹ ਬੰਦਰਗਾਹ ਤੇ ਪਹੁੰਚੀ, ਬੱਸ ਕੌਣ ਮੰਗਵਾਉਣ ਵਾਲਾ ਹੈ, ਕੌਣ ਭੇਜਣ ਵਾਲਾ, ਸਾਰਾ ਕੁਝ ਰਿਕਾਰਡ ਹੈ। ਹੁਣ ਤਾਂ ਟੀਵੀਆਂ ਤੇ ਆ ਗਿਆ, ਤੁਹਾਡੇ ਚੈਨਲਾਂ ਨੇ ਵੀ ਇਹਨੂੰ ਨਸ਼ਰ ਕਰਤਾ। ਸੋ ਉਹ ਜੇ ਜੋੜੀਏ ਨਾ, ਜੋੜਨ ਦਾ ਮਤਲਬ ਇਹ ਹੈ ਵੀ ਇਹ ਪਿਓ ਪੁੱਤ ਤੇ ਇਹਨਾਂ ਦੇ ਪਿੱਛੇ ਇੰਡੀਅਨ ਸਟੇਟ। ਤੁਸੀਂ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉੱਥੋਂ ਲਾਪਤਾ ਹੋਏ ਸ਼੍ਰੋਮਣੀ ਕਮੇਟੀ ਤੇ ਬਾਦਲ ਪਰਿਵਾਰ ਤੇ, ਤੁਸੀਂ ਸਿੱਧਾ ਸਵਾਲ ਦਾਗਿਆ, ਪਰ ਪ੍ਰਧਾਨ ਤਾਂ ਲੌਂਗੋਵਾਲ ਸੀ ਉੱਥੋਂ, ਜਿਹੜਾ ਮੇਨ ਜਿਹੜੀ ਉੱਥੋਂ ਦੀ ਮੈਨੇਜਮੈਂਟ ਸਾਂਭਦੇ ਸੀ ਉਹ ਸਾਂਭਦੇ ਸੀ। 77 ਸਨ, 77 ਨੂੰ ਲਾਂਭੇ ਕਰਕੇ ਉਹ ਕਹਿੰਦੇ ਵੀ ਇਹ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ। ਪ੍ਰਧਾਨ ਲੌਂਗੋਵਾਲ ਸੀ, ਪਹਿਲਾਂ ਵਡੂੰਗਰ ਸੀ, ਪਹਿਲਾਂ ਮੱਕੜ ਸੀ, ਜਿਹੜਾ ਆਪਣੇ ਟਾਈਮ 'ਚ ਪਿਛਲੇ 10-15 ਸਾਲ 'ਚ ਹੋਇਆ। ਇਹਨਾਂ ਨੂੰ ਬਣਾਉਂਦਾ ਕੌਣ ਹੈ? ਬਾਦਲ। ਅਸਲ ਗੱਲ ਹੁਣ ਸਾਹਮਣੇ ਆਊਗੀ। ਅਸੀਂ ਹੁਣ ਮੋਰਚਾ ਸ਼ੁਰੂ ਕਰਤਾ ਹੈ। ਜਿਹੜਾ SS ਕੋਹਲੀ ਚਾਰਟਰਡ ਅਕਾਊਂਟੈਂਟ ਫਰਮ ਹੈ, ਜਿਹਨੂੰ 1 ਕਰੋੜ ਰੁਪਈਆ ਸਾਲਾਨਾ ਦਿੱਤਾ ਜਾਂਦਾ ਹੈ, ਪੂਰੇ 11 ਸਾਲ ਦਿੱਤਾ ਗਿਆ ਉਹਨੂੰ। ਅੱਜ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਕਹਿੰਦਾ ਹੈ ਕਿ ਇਹਨੂੰ ਜਿਹੜਾ ਕੰਮ ਸੌਂਪਿਆ ਗਿਆ ਸੀ ਉਹ ਇਹਨੇ ਪੂਰਾ ਨਹੀਂ ਕੀਤਾ। ਜੇ ਇਹਨੇ ਪੂਰਾ ਕੀਤਾ ਹੁੰਦਾ ਤਾਂ ਆਨਲਾਈਨ ਰਿਕਾਰਡ ਹੋਣਾ ਸੀ ਤੇ ਪਤਾ ਲੱਗਣਾ ਸੀ ਮਹਾਰਾਜ ਕਿੱਥੇ ਗਏ, ਕਿਵੇਂ ਗਏ, ਕਿਹਦੇ ਰਾਹੀਂ ਗਏ। ਮੇਰਾ ਸਵਾਲ ਇਹ ਹੈ ਕਿ ਜਦੋਂ 1 ਸਾਲ, 1.5 ਸਾਲ, 2 ਸਾਲ ਬਾਅਦ ਉਹਨੂੰ ਐਕਸਟੈਂਸ਼ਨ ਮਿਲਦੀ ਸੀ, ਇਹ ਰਿਕਾਰਡ ਕਹਿੰਦਾ ਕਿ ਸਿੱਧਾ ਹੀ ਉਹਨੂੰ ਨਹੀਂ ਲਾਤਾ ਵੀ ਤੁਸੀਂ ਸਦਾ ਨਹੀਂ ਲੱਗੇ, ਉਹਨੂੰ ਹਰ 2 ਸਾਲ ਬਾਅਦ, 1 ਸਾਲ ਬਾਅਦ ਐਕਸਟੈਂਸ਼ਨ ਮਿਲਦੀ ਸੀ ਵੀ ਅਗਲੇ 2 ਸਾਲ ਹੋਰ ਕੰਮ ਕਰੋ। ਉਦੋਂ ਕਿਉਂ ਨਹੀਂ ਦੇਖਿਆ ਗਿਆ ਕਿ ਇਹ ਕੰਮ ਤਾਂ ਕਰ ਹੀ ਨਹੀਂ, ਇਹਨੂੰ ਕਰੋੜ ਰੁਪਏ ਕਿਉਂ ਦਿੰਦੇ ਆ? ਪਰ ਲੌਂਗੋਵਾਲ ਦੀ ਮਜਬੂਰੀ ਕੀ ਸੀ ਸਾਰੇ ਜਾਣਦੇ ਸੀ। ਉਹਦੀ ਮਜਬੂਰੀ ਉਹਦੇ ਬੌਸ ਬਾਦਲ ਸੀ, ਜਿਨ੍ਹਾਂ ਦਾ ਉਹ ਅਸਲੀ ਚਾਰਟਰਡ ਅਕਾਊਂਟੈਂਟ ਹੈ। ਉਹਨਾਂ ਦੀਆਂ ਬੱਸਾਂ ਦਾ, ਉਹਨਾਂ ਦੇ ਵਪਾਰ ਦਾ, ਔਰਬਿਟ ਹੋਟਲਾਂ, ਮਾੜੀ ਚੰਗੀ ਕਮਾਈ ਦਾ ਜਿਹੜਾ ਹਿਸਾਬ ਕਰਦਾ ਉਹ SS ਕੋਹਲੀ ਹੈ। ਤੁਸੀਂ ਰਿਕਾਰਡ ਕਢਾ ਕੇ ਦੇਖ ਸਕਦੇ ਹੋ। ਆਪਾਂ ਲੌਂਗੋਵਾਲ ਤੇ ਆਉਣੇ ਆ, ਇਹਦੇ ਤੇ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਡੇਰਾ ਸਿਰਸਾ ਨਾਲ ਬੜੇ ਗੂੜੇ ਸਬੰਧ ਸਨ ਇਹਨਾਂ ਦੇ। ਡੇਰਾ ਸਿਰਸਾ ਨਾਲ ਸਬੰਧ ਕਰਕੇ ਤਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ। ਜੇ ਬਾਦਲ ਉੱਥੇ ਜਾ ਕੇ ਮੱਥਾ ਟੇਕਦੇ ਨੇ, ਉਹ ਬਾਦਲਾਂ ਨੂੰ 17 ਦੇ ਵਿੱਚ ਸਪੋਰਟ ਕਰਦਾ ਹੈ, ਤਾਂ ਲੌਂਗੋਵਾਲ ਕਿਹੜੇ ਬਾਗ ਦੀ ਮੂਲੀ ਆ? ਉਹ ਵੀ ਫਿਰ ਆਪਣੀ ਇਹਦੇ ਨਾਲ ਨੇੜਤਾ ਵਧਾਉਣ ਲਈ ਉਹਦਾ ਚੇਲਾ ਬਣ ਗਿਆ। ਜਦੋਂ ਆਪਾਂ ਨੂੰ ਪਤਾ ਸੀਗਾ ਕਿ ਲੌਂਗੋਵਾਲ ਜਿਹੜਾ ਹੈ ਕਿ ਉਹਦੇ ਜਿਹੜੇ ਡੇਰਾ ਸਿਰਸਾ ਨਾਲ ਸੰਬੰਧ ਨੇ ਜਾਂ ਉਹਨਾਂ ਦਾ ਕਿਤੇ ਪ੍ਰੇਮੀ ਰਿਹਾ, ਤੇ ਆਪਾਂ ਉਹਨਾਂ ਦਾ ਜਿਹੜਾ ਵਿਰੋਧ ਪਹਿਲਾਂ ਕਰ ਲੈਂਦੇ, ਸ਼ਾਇਦ ਆਜ਼ਾਦ ਦਿਨ ਨਾ ਦੇਖਣੇ ਪੈਂਦੇ। ਪਿਛਲੇ 25 ਸਾਲ ਦਾ ਸਾਡਾ ਰਿਕਾਰਡ ਦੇਖ ਲਓ। ਸਾਨੂੰ ਉਹਨਾਂ ਤੇ ਸ਼ਿਕਵਾ ਕੋਈ ਨਹੀਂ। ਜਿਸ ਮਾੜੇ ਤਰੀਕੇ ਨਾਲ ਉਹ ਬਣਦੇ ਨੇ, ਅਸੀਂ ਉਸ 'ਤੇ ਹਮੇਸ਼ਾ ਹੀ ਸਵਾਲ ਕੀਤੇ ਨੇ, ਸੰਘਰਸ਼ ਕੀਤੇ ਨੇ।
ਪਰ ਸਾਡੀ ਬਦਕਿਸਮਤੀ ਇਹ ਆ, ਅਸੀਂ ਤਾਂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਤੇ ਸੰਘਰਸ਼ ਜਾਰੀ ਰੱਖਾਂਗੇ ਕਿ ਜਿਹੜੇ ਲੋਕ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਜਾਣਦੇ ਹੋਇਆਂ ਵੀ ਵੋਟ ਪਾਉਂਦੇ ਨੇ ਉਹ ਰੁਕ ਜਾਣ। ਅੱਜ ਵੀ ਮੈਂ ਕਹਿਣਾ ਸਾਡੇ ਸੰਘਰਸ਼ ਦਾ ਇਹ ਮੁੱਦਾ ਪਿਛਲੇ 2 ਨੰਬਰ ਤੇ ਹੈ ਕਿ ਇਹ ਵੋਟ ਰਾਹੀਂ ਜਾਣ ਜਾਂ ਆਉਣ। ਸਾਡਾ ਤਾਂ ਇਹ ਹੈ ਕਿ ਸਾਨੂੰ ਸੰਗਤ ਨੂੰ ਅਸੀਂ ਸੰਗਤ ਨੂੰ ਸਮਝਾ ਦਈਏ ਕਿ ਇਹ ਲੋਕ ਗੁਰੂ ਦੇ ਆਸ਼ੇ ਦੇ ਉਲਟ ਚੱਲਦੇ ਨੇ, ਇਸ ਕਰਕੇ ਇਹਨਾਂ ਨੂੰ ਛੱਡ ਕੇ ਕਿਸੇ ਹੋਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੋ। ਤੁਸੀਂ ਕਿਹਾ ਕਿ ਉਹਨਾਂ ਦੇ ਢਾਂਚਾ ਜਿਹੜਾ ਉਹ ਸਹੀ ਨਹੀਂ ਹੈਗਾ ਕਿ ਉਹਨਾਂ ਤੋਂ ਪਾਸਾ ਵੱਟ ਲੈਣਾ ਚਾਹੀਦਾ ਲੋਕਾਂ ਨੂੰ, ਪਰ ਹੁਣ ਕੀ ਆਉਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਕਰਾਉਣ ਲਈ ਜਿਹੜੇ ਲਾਪਤਾ ਸਰੂਪ ਹੋਏ, ਕਹਿ ਲੈਂਦੇ ਵੀ ਇੱਕ ਸ਼ਬਦ ਦੇ ਕੱਢਣ ਲੱਗਿਆ ਆਪ ਨੂੰ ਸ਼ਰਮ ਆਉਂਦੀ ਹੈ, ਸਾਡਾ ਪਿਓ ਹੈ ਉਹਦੇ ਲਈ ਕੋਈ ਸ਼ਬਦ ਜਿਹੜੇ ਇੱਦਾਂ ਵਰਤਦੇ ਆ ਕਿ ਸਾਡਾ ਪਿਓ ਹੀ ਗੁੰਮ ਹੋ ਗਿਆ, ਉਹ ਲਾਪਤਾ ਲਈ ਬਹਾਲ ਕਰਾਉਣ ਲਈ ਤੁਸੀਂ ਲੌਂਗੋਵਾਲ ਬੈਠ ਕੇ ਕੁਝ ਜਥੇਬੰਦੀਆਂ ਦਰਬਾਰ ਸਾਹਿਬ ਦੇ ਉੱਥੇ ਲੰਗਰ ਹਾਲ ਦੇ ਬਾਹਰ ਬੈਠੀਆਂ ਹੋਈਆਂ, ਇਕੱਠੀਆਂ ਕਿਉਂ ਨਹੀਂ ਹੁੰਦੀਆਂ? ਅੱਜ ਤੱਕ ਇੱਕ ਪਿਓ ਦਾ ਮਸਲਾ ਸੀਗਾ, ਅੱਗੇ ਤਾਂ ਚਲ ਚਾਚੇ ਤਾਇਆਂ ਦਾ ਜਾਂ ਹੋਰ ਪ੍ਰਧਾਨੀਆਂ ਦਾ ਮਸਲਾ ਹੋਵੇਗਾ। ਉਹ ਦੇਖੋ ਗੱਲ ਇਹ ਹੈ ਕਿ ਅੱਜ ਵੀ ਮਸਲਾ ਜਿਹੜਾ ਹੈ ਉਹਨਾਂ ਵਾਸਤੇ ਤੇ ਸਾਡੇ ਵਾਸਤੇ ਉਹੀ ਹੈ। ਇੱਕ ਹੈ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਜਿਹੜਾ ਇਕੱਠੇ ਬੈਠਣ ਦੀ ਗੱਲ ਹੈ, ਇਹਨੂੰ ਕਨਫਲਿਕਟ ਵਿੱਚ ਨਹੀਂ ਮੈਂ ਮੰਨਦਾ। ਆਪਣਾ ਆਪਣਾ ਤਰੀਕਾ ਹੁੰਦਾ ਹੈ, ਹਰ ਇੱਕ ਨੂੰ ਖੁੱਲ੍ਹ ਹੈ ਕਿ ਉਹ ਆਪਣੇ ਤਰੀਕੇ ਨਾਲ ਪ੍ਰੋਟੈਸਟ ਕਰੇ, ਪਰ ਪ੍ਰੋਟੈਸਟ ਜਿਹਦੇ ਖਿਲਾਫ ਕੀਤਾ ਜਾਂਦਾ ਉਹ ਵੀ ਧਿਰ ਸੇਮ ਹੈ। ਦੂਸਰੀ ਗੱਲ ਇਹ ਹੈ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਥੇਬੰਦੀਆਂ ਇਕੱਠੇ ਹੋ ਕੇ ਫੈਸਲਾ ਲੈਂਦੀਆਂ। ਅਸੀਂ ਇਹ ਮੀਟਿੰਗਾਂ ਵਿੱਚ ਅਸਾਂ ਤੈਅ ਕਰ ਲਿਆ ਸੀ ਕਿ 14 ਤਰੀਕ ਨੂੰ ਇਕੱਠੇ ਹੋ ਕੇ ਅਸੀਂ ਫੈਸਲਾ ਲੈਣਾ ਹੈ, ਪਰ ਕਿਸੇ ਕਾਰਨ ਕਰਕੇ ਉਹਨਾਂ ਨੇ 14 ਨੂੰ ਮੋਰਚਾ ਹੀ ਲਾ ਲਿਆ। ਅਸੀਂ ਬਿਨਾਂ ਵਿਚਾਰ ਕੀਤੇ ਤੁਹਾਡੀ ਮੀਟਿੰਗ ਸੀ ਉਹ ਬੈਠ ਗਏ। ਸਾਡੀ 14 ਦੀ ਮੀਟਿੰਗ ਰੱਖੀ ਸੀ, 7 ਤਰੀਕ ਨੂੰ ਸਾਡੀ ਫਤਿਹਗੜ੍ਹ ਸਾਹਿਬ ਮੀਟਿੰਗ ਹੋਈ ਹੈ, 8 ਤਰੀਕ ਨੂੰ ਅਖਬਾਰਾਂ 'ਚ ਆਇਆ ਕਿ ਅਸੀਂ 14 ਨੂੰ ਅਕਾਲ ਤਖਤ ਸਾਹਿਬ ਤੇ ਸਾਰੇ ਇਕੱਠੇ ਹੋ ਕੇ ਅਸੀਂ ਕੋਈ ਫੈਸਲਾ ਕਰਾਂਗੇ ਵੀ ਕੀ ਕੀਤਾ ਜਾਵੇ, ਕੀ ਕਰਨਾ ਚਾਹੀਦਾ। ਤੇ ਉਹਨਾਂ ਨੇ 12 ਤਰੀਕ ਨੂੰ ਇਹ ਐਲਾਨ ਕਰਤਾ ਕਿ ਅਸੀਂ ਬੈਠ ਜਾਾਂਗੇ। ਸੋ ਇਹਦੇ ਵਿੱਚ ਬਹੁਤ ਅੰਤਰ ਸੀ। ਅਸੀਂ ਘੱਟੋ ਘੱਟ ਆਪਣੀਆਂ ਜਿਹੜੀਆਂ ਧਿਰਾਂ ਜਾ ਰਹੀਆਂ ਨੇ ਉਹਨਾਂ ਨਾਲ ਸਲਾਹ ਕੀਤੇ ਬਿਨਾਂ ਬੈਠ ਨਹੀਂ ਸੀ ਸਕਦੇ, ਪਰ ਅਸੀਂ ਕਹਿੰਦੇ ਹਾਂ ਕਿ ਉਹ ਜਿਸ ਤਰ੍ਹਾਂ ਕਰਨਾ ਚਾਹਣਗੇ ਉਹਨਾਂ ਨੂੰ ਮੁਬਾਰਕ ਹੈ। ਤੁਹਾਡਾ ਸਵਾਲ ਵਾਜਬ ਆ, ਪਰ ਸੰਗਤ ਸਵਾਲ ਮੰਗਦੀ ਹੈ ਕਿ ਬਰਗਾੜੀ ਦੇ ਵਿੱਚ 6 ਮਹੀਨੇ ਦੇ ਕਰੀਬ ਜਿਹੜਾ ਉਹ ਧਰਨਾ ਚੱਲਿਆ, ਪਰ ਜਦੋਂ ਕਹਿੰਦੇ ਸੀ ਤਖਤ ਪਲਟਣ ਵਾਲਾ ਸੀਗਾ, ਮੋਦੀ ਕਹਿੰਦੇ ਸੀ ਇੱਥੇ ਬੁਲਾਇਆ ਜਾਊਗਾ, ਮੁੱਖ ਮੰਤਰੀ ਜਾਂ ਕੈਪਟਨ ਇੱਥੇ ਆਊਗਾ, ਉਹਨਾਂ ਚਿਰ ਅਸੀਂ ਧਰਨਾ ਨਹੀਂ ਚੱਕਾਂਗੇ। ਉਹ ਤਾਂ ਪਹਿਲਾਂ ਵੀ ਉਹੀ ਮੰਗਾਂ ਮੰਗਦੇ ਸਨ, ਉਦੋਂ ਥੋੜ੍ਹੀਆਂ ਮੰਗਾਂ ਲੈ ਕੇ ਬਾਅਦ 'ਚ ਧਰਨਾ ਚੱਕ ਲਿਆ ਜਾਂਦਾ। ਬਰਗਾੜੀ ਦੇ ਧਰਨੇ ਬਾਰੇ ਲੰਬੀ ਵਿਚਾਰ ਹੈ। ਮੈਂ ਨੁਕਤੇ ਨਾਲ ਤੁਹਾਨੂੰ ਇਹ ਗੱਲ ਕਹਿਣਾ, 70 ਸਾਲ 72 ਸਾਲ ਜਿਹੜੇ ਵੀ 47 ਤੋਂ ਬਾਅਦ ਹੋਏ, 72 ਸਾਲ ਦਾ ਇੱਕ ਦਿਨ ਦਾ ਵਰਕਾ ਪਰੋਲ ਲਓ। ਸਰਕਾਰਾਂ ਬਹੁਤ ਬਦਲੀਆਂ ਨੇ, ਬਹੁਤ ਸਿੱਖਾਂ ਤੇ ਜ਼ੁਲਮ ਹੋਏ ਨੇ, ਮੋਰਚੇ ਵੀ ਬਹੁਤ ਲੱਗੇ ਨੇ, ਜਿਹਦੇ ਵਿੱਚ ਧਰਮਜੀਤ ਮੋਰਚਾ ਵੀ ਹੈਗਾ। ਕਿਸੇ ਇੱਕ ਮੋਰਚੇ 'ਚ ਤੁਸੀਂ ਮੈਨੂੰ ਦੱਸ ਦਿਓ, ਮੈਂ ਜਵਾਬ ਦੇ ਦੂੰਗਾ। ਕਿਸੇ ਇੱਕ ਮੋਰਚੇ 'ਚ ਸਰਕਾਰ ਆਪ ਮੋਰਚੇ ਤੇ ਆਈ ਹੋਵੇ, ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ, ਸੰਗਤ ਦੀ ਹਾਜ਼ਰੀ 'ਚ ਕਹਿ ਕੇ ਗਈ ਹੋਵੇ ਵੀ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ। ਜੇ ਅਸੀਂ ਉਸ ਵਕਤ ਮੋਰਚਾ ਨਾ ਛੱਡਦੇ ਤਾਂ ਸਾਡੇ ਤੇ ਇਹ ਫਿਰ ਸਵਾਲ ਕੀਤਾ ਜਾਣਾ ਸੀ ਵੀ ਉਹ ਤਾਂ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੀ ਹਾਜ਼ਰੀ 'ਚ ਕਹਿੰਦੇ ਸੀ, ਜੇ ਪਾਪੀ ਹੋਣਗੇ ਤਾਂ ਉਹ ਹੋਣਗੇ। ਤੁਸੀਂ ਤਾਂ ਹੁਣ ਮਹਾਰਾਜ ਦੀ ਜਿਹੜੀ ਉਹ ਕਹਿ ਰਹੇ ਨੇ ਵੀ ਮਹਾਰਾਜ ਸਾਹਮਣੇ ਬੈਠੇ ਨੇ, ਰੰਧਾਵਾ ਸਾਹਿਬ ਦੀ ਸਪੀਚ ਕੱਢ ਕੇ ਸੁਣ ਲਓ। ਉਹ ਕਹਿੰਦੇ ਵੀ ਮਹਾਰਾਜ ਸਾਹਮਣੇ ਆ, ਜੇ ਅਸੀਂ ਮੰਗਾਂ ਪੂਰੀਆਂ ਨਾ ਕੀਤੀਆਂ ਤੇ ਸਾਨੂੰ ਕਿਹੜਾ ਮਹਾਰਾਜ ਬਖਸ਼ੇਗਾ। ਉਹ ਇਹ ਵੀ ਕਹਿੰਦੇ ਨੇ ਗੁੜਕਾ ਫੜ ਕੇ ਵੀ ਇਹ ਕਸਮਾਂ ਖਾਧੀਆਂ ਗਈਆਂ ਸਨ ਕਿ ਜਲਦ ਜਿਹੜੀਆਂ ਦੋਸ਼ੀ ਸਲਾਖਾਂ ਦੇ ਪਿੱਛੇ ਸੱਟੇ ਜਾਣਗੇ। ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਰਸਤਾ ਜਿਹੜਾ ਦੋਸ਼ੀਆਂ ਦਾ ਉਹ ਸਿੱਧਾ ਬਾਦਲਾਂ ਦੇ ਘਰ ਤੱਕ ਜਾਂਦਾ, ਸਾਨੂੰ ਸਾਰਾ ਪਤਾ। ਉਹ ਵੀ ਲੋਕਾਂ ਦੇ ਸਾਹਮਣੇ ਹੈ। ਉਹ ਕੋਈ ਸਾਡੇ ਚਾਚੇ ਦਾ ਪੁੱਤ ਨਹੀਂ, ਅਸੀਂ ਤਾਂ ਆਪਣੇ ਚਾਚੇ ਦੇ ਪੁੱਤ ਵੀ ਨਹੀਂ ਛੱਡੇ। ਨਹੀਂ, ਸਹੀ ਹੈ। ਉਹ ਵੀ ਉਨਾ ਹੀ ਦੋਸ਼ੀ ਹੈ। ਸਭ ਤੋਂ ਵੱਡਾ ਦੋਸ਼ੀ ਮੈਂ ਉਹਨੂੰ ਉਸ ਦਿਨ ਗਿਣਦਾ ਮੌਜੂਦਾ ਹਾਲਾਤ ਵਿੱਚ, ਜਦੋਂ 28 ਅਗਸਤ ਨੂੰ ਟੋਟਲ ਪੰਜਾਬ ਵਿਧਾਨ ਸਭਾ ਨੇ ਕਿਹਾ ਸੀ ਮਹਾਰਾਜ ਸਾਹਿਬ ਅਸੀਂ ਝੋਲੀਆਂ ਅੱਡ ਕੇ ਕਹਿੰਦੇ ਹਾਂ, ਜਿਹਦੇ ਵਿੱਚ ਕਾਂਗਰਸੀ ਵੀ ਸੀ, ਜਿਹਦੇ 'ਚ ਆਪ ਵੀ ਸੀ, ਜਿਹਦੇ 'ਚ ਸਿੱਖ ਰੂਪ ਵਿੱਚ ਉਹਨਾਂ ਨੇ ਕਿਹਾ ਕਿ ਸਵੇਰੇ ਬਾਦਲਾਂ ਨੂੰ ਫੜ ਲਓ। ਜਦੋਂ ਪੰਜਾਬ ਦਾ 100 MLA ਭਾਵ 92% MLA ਜਾਂ 92% ਲੋਕਾਂ ਨੂੰ ਰਿਪਰੈਜ਼ੈਂਟ ਕਰਨ ਵਾਲੇ ਲੋਕ ਕਹਿ ਰਹੇ ਨੇ ਫੜ ਲਓ, ਫਿਰ ਉਹਨੇ ਫੜਿਆ ਕਿਉਂ ਨਹੀਂ? ਉਹ ਤਾਂ ਇਹਨਾਂ ਦਾ ਯਾਰ ਹੈ, ਉਹ ਯਾਰੀ ਪਗਾ ਰਹੇ ਨੇ। ਪਰ ਇਹ ਸਵਾਲ ਤਾਂ ਕੀਤਾ ਤੁਹਾਨੂੰ ਕਿ ਉਹ ਜਿਹੜਾ ਬਰਗਾੜੀ ਵਾਲੇ ਧਰਨੇ ਤੋਂ ਲੈ ਕੇ ਲੋਕ ਕੋ ਕਿਤੇ ਨਾ ਕਿਤੇ ਨਾਰਾਜ਼ ਹੈਗੇ ਨੇ। ਜਦੋਂ ਆਮ ਲੋਕਾਂ 'ਚ ਅਸੀਂ ਵਿਚਰਦੇ ਹਾਂ, ਹੁਣ ਇੱਥੇ ਧਰਨਾ ਲੱਗਿਆ, ਕਿਤੇ ਅਜਿਹਾ ਕੁਛ ਇੱਥੇ ਤਾਂ ਨਹੀਂ ਹੋਵੇਗਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਲਗਾਤਾਰ ਧਰਨਾ ਨਹੀਂ ਹੈ, ਇਹ ਪੜਾਅਦਾਰ ਧਰਨਾ ਹੈ। ਅੱਜ ਧਰਨਾ ਹੈ, ਕੱਲ੍ਹ ਦਾ ਰੂਪ ਬਦਲ। 28 ਨੂੰ ਅਸੀਂ ਉੱਥੇ ਜਾ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਦੋਂ ਆਉਣਗੇ ਬਜਟ ਇਜਲਾਸ ਵਿੱਚ, ਉੱਥੇ ਵੀ ਅਸੀਂ ਜਾ ਕੇ ਗੱਲ ਕਰਨੀ ਹੈ। ਇਹ ਕਿੰਨਾ ਚਿਰ ਚੱਲੂਗਾ ਕੁਝ ਪਤਾ? ਇਹ ਹਜੇ ਅਸੀਂ ਜਿਹੜਾ ਅੱਜ ਬੈਠੇ ਨੇ ਇਹ ਸਿਰਫ 22 ਤੋਂ 27 ਤੱਕ ਕੀਤਾ ਹੈ।
5 ਦਿਨ ਦਾ ਹਾਂ 28 ਨੂੰ ਅਸੀਂ ਦਰਬਾਰ ਸਾਹਿਬ ਜਾਵਾਂਗੇ ਸਾਰੇ ਤੇ ਉੱਥੇ ਅਗਲਾ ਐਲਾਨ ਅਸੀਂ ਕਰ ਦਾਂਗੇ ਹੁਣ ਅਸੀਂ ਦੁਬਾਰਾ ਇੱਥੇ ਆਉਣਾ ਹੈ ਜਾਂ ਅਸੀਂ ਕੋਈ ਹੋਰ ਰੂਪਰੇਖਾ। ਅਸੀਂ ਇਹ ਵੀ ਸੋਚ ਰਹੇ ਹਾਂ ਕਿ ਹਰ ਇੱਕ ਸਾਡਾ ਜ਼ਿਲ੍ਹਾ ਜਿਹੜਾ ਹੈ ਉਹ ਸਾਰੇ ਐਸਜੀਪੀਸੀਆਂ ਦੇ ਘਰਾਂ ਦੇ ਬਾਹਰ ਧਰਨਾ ਦੇ ਕੇ ਉਹਨਾਂ ਨੂੰ ਮਜਬੂਰ ਕਰੇ ਕਿ ਤੁਸੀਂ ਪ੍ਰਬੰਧ ਛੱਡ ਦਿਓ। ਪੜਾਅ ਨੇ। ਠੀਕ ਹੈ ਜੀ। ਇਹ ਸਨ ਪ੍ਰੋਫੈਸਰ ਮਹਿੰਦਰਪਾਲ ਸਿੰਘ ਮਾਨਦਲ ਤੋਂ, ਜਿਨ੍ਹਾਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਸਤਿਕਾਰ ਬਹਾਲ ਕਰਾਉਣ ਲਈ ਜਿਹੜਾ ਲੌਂਗੋਵਾਲ ਅੱਜ ਜਿਹੜਾ ਧਰਨਾ ਲਾਇਆ ਗਿਆ 5 ਦਿਨ ਦਾ ਸਮਾਂ ਲਿਖਿਆ ਗਿਆ। ਉਸ ਤੋਂ ਬਾਅਦ ਦਰਬਾਰ ਸਾਹਿਬ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਜਿਹੜਾ ਫੈਸਲਾ ਕੀਤਾ ਜਾਵੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਬਹਾਲ ਕਿਵੇਂ ਕਰਾਇਆ ਜਾ ਸਕਦਾ, ਜਿਹੜੇ ਮਸੰਦ ਕਾਵਲ ਨੇ ਉਹਨਾਂ ਤੋਂ ਕਿਵੇਂ ਛੁੱਟਿਆ ਜਾ ਸਕਦਾ ਜਾਂ ਛੁਟਕਾਰਾ ਪਾਇਆ ਜਾ ਸਕਦਾ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਯੂਥ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਛੰਦੜਾ ਸਾਡੇ ਨਾਲ ਮੌਜੂਦ ਨੇ, ਉਹ ਵੀ ਇੱਥੇ ਪਹੁੰਚੇ ਹੋਏ ਨੇ। ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਵੀਰ ਜੀ ਇੱਥੇ ਪਹੁੰਚੇ ਹੋ, ਧਰਨਾ ਲੱਗ ਗਿਆ, ਚਾਹੇ ਟਾਈਮ ਮਿੱਥ ਲਿਆ ਗਿਆ 5 ਦਿਨ ਦਾ ਜਾਂ 4 ਦਿਨ ਦਾ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਫਿਰ ਵੀ ਨਹੀਂ ਰੁਕਣ ਦਾ ਨਾਂ ਰਹਿ ਰਹੀਆਂ। ਮੰਡੀ ਗੋਬਿੰਦਗੜ੍ਹ ਹੋਵੇ, ਹਰਿਆਣਾ ਹੋਵੇ, ਰਾਜਸਥਾਨ ਹੋਵੇ, ਟਾਈਮ ਤੇ ਥਾਂ ਬਦਲਦੀ ਰਹਿੰਦੀ ਆ ਪਰ ਬੇਅਦਬੀ ਫਿਰ ਵੀ ਜਾਰੀ ਆ। ਇੱਕ ਪਾਸੇ 100 ਦੀ ਗਿਣਤੀ ਵਿੱਚ ਗੁਰੂ ਗ੍ਰੰਥ ਸਾਹਿਬ ਲਾਪਤਾ ਹੋ ਗਏ ਨੇ। ਬਰਗਾੜੀ ਵਾਲਾ, ਬਾਈਬਲ ਵਾਲਾ, ਜਵਾਹਰ ਸਿੰਘ ਵਾਲਾ ਮਸਲਾ ਹਜੇ ਹੱਲ ਨਹੀਂ ਹੋਇਆ। ਵੀਰ ਜੀ ਮੇਰੇ ਖਿਆਲ ਨਾਲ ਵੀ ਜਿਹੜੇ ਇਹ ਪ੍ਰੋਟੈਸਟ ਨੇ ਇਹ ਤਾਂ ਹੈਗਾ ਵੀ ਆਪਾਂ ਜਿਹੜੀ ਆਮ ਜਨਤਾ ਵਾ, ਜਿਹੜੇ ਸਾਡੀ ਸਿੱਖ ਸੰਗਤ ਆ, ਉਹਨਾਂ ਨੂੰ ਇੱਕ ਆਪਾਂ ਜਗਾ ਸਕਦੇ ਹਾਂ ਭਾਈ ਵੀ ਜਿਹੜੇ ਨਰੈਣੂ ਮਹੰਤ ਨੇ ਉਹ ਅੱਜ ਦੀ ਟਾਈਮ ਦੇ ਵਿੱਚ ਬਦਲਦੇ ਰਹਿੰਦੇ ਆ, ਸ਼ਕਲਾਂ ਬਦਲਦੀਆਂ ਰਹਿੰਦੀਆਂ ਨੇ। ਅੱਜ ਦੇ ਟਾਈਮ ਦੇ ਵਿੱਚ ਇਹ ਨੇ ਜਿਹੜੇ ਲੌਂਗੋਵਾਲ ਹੋਣੀ ਉੱਥੇ ਆਪ ਮੂਹਰੇ ਹੋ ਕੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਾ ਰਹੇ ਨੇ। ਪਰ ਜੇ ਇਹ ਕਿਵੇਂ ਰੋਕਿਆ ਜਾਵੇ, ਇਹ ਰੋਕਿਆ ਜਾਵੇ, ਜੋ ਮੇਰੀ ਸੋਚ ਆ, ਜੋ ਮੈਂ ਆਪਣੇ ਮੰਨਦਾ ਵਾਂ, ਮੇਰੀ ਸੋਚ ਇਹ ਆ ਵੀ ਇਹ ਸੋਚ ਐਵੇਂ ਨਹੀਂ ਹਟਣੇ ਕਿ ਜਦੋਂ ਤੱਕ ਉਹਨਾਂ ਨੂੰ ਡਰ ਨਹੀਂ ਹੋਊਗਾ ਗੁਰੂ ਸਾਹਿਬ ਦਾ। ਉਹ ਡਰ ਕਿਵੇਂ ਹੋਊਗਾ? ਉਹ ਐਵੇਂ ਹੀ ਹੋਊਗਾ ਵੀ ਜਦੋਂ ਤੱਕ ਉਹਨਾਂ ਦੇ ਜਿਹੜੇ ਬੇਅਦਬੀਆਂ ਕਰਦੇ ਆ ਉਹਨਾਂ ਦੇ ਗੁੱਟਾਂ ਤੋਂ ਇੱਥੇ ਹੱਥ ਨਾ ਲਾਏ ਗਏ ਉਦੋਂ ਤੱਕ ਇਹ ਰੋਕ ਨਹੀਂ ਰੁਕੀ ਜਾਊਗੀ। ਜਦੋਂ ਉਹਨਾਂ ਨੂੰ ਪਤਾ ਹੋਊਗਾ ਨਾ, ਚਾਹੇ ਉਹਨਾਂ ਨੂੰ ਕੋਈ ਲਾਲਚ ਵੀ ਦਊਗਾ ਅੱਗੇ ਤੋਂ ਬਈ ਅਸੀਂ ਤੁਹਾਨੂੰ ਇੰਨੇ ਪੈਸੇ ਦਿੰਦੇ ਆ ਵੀ ਤੁਸੀਂ ਗੁਰੂ ਸਾਹਿਬ ਦੀ ਜਾ ਕੇ ਬੇਅਦਬੀ ਕਰਿਆਓ, ਫਿਰ ਉਹਨਾਂ ਦੇ ਇੱਕ ਮਨ ਦੇ ਵਿੱਚ ਡਰ ਹੋਊਗਾ ਬਈ ਖਾਲਸਾ ਰਾਜ ਹਜੇ ਜਿਉਂਦਾ ਵਾ, ਖਾਲਸੇ ਅਜੇ ਜਿਉਂਦਾ ਵਾ, ਉਹਨਾਂ ਦਾ ਜਿਹੜਾ ਗੁਰੂ ਸਾਹਿਬ ਨੇ ਸਜਾਇਆ ਸੀ ਉਹ ਅਜੇ ਜਿਉਂਦਾ ਵਾ, ਫਿਰ ਗੁੱਟ ਵੀ ਲੈਣਗੇ। ਯਾਰ ਇਹ ਉਹਨਾਂ ਦੇ ਦਿਮਾਗ 'ਚ ਰਹੂਗਾ ਤੇ ਫਿਰ ਉਹ ਸੋਚਣਗੇ 10 ਵਾਰ ਵੀ ਅਸੀਂ ਗੁਰੂ ਸਾਹਿਬ ਵੱਲ ਨੂੰ ਜਾਣਾ ਕਿ ਨਹੀਂ ਜਾਣਾ। ਬਰਗਾੜੀ ਦੇ ਵਿੱਚ ਬੇਅਦਬੀ ਹੁੰਦੀ ਹੈ, ਇਸ ਏਰੀਏ ਦੇ ਵਿੱਚ ਬੇਅਦਬੀ ਨੂੰ ਦੋਸ਼ੀ ਫੜੇ ਨਹੀਂ ਜਾਂਦੇ ਕਿ ਸ਼੍ਰੋਮਣੀ ਕਮੇਟੀ 100 ਦੇ ਵਿੱਚ ਹਜੇ ਕਹਿੰਦੇ ਹਜ਼ਾਰਾਂ 'ਚ ਗਿਣਤੀ ਜਾ ਸਕਦੀ ਹੈ, ਉੱਥੋਂ ਸਰੂਪ ਲਾਪਤਾ ਹੋ ਜਾਂਦੇ ਨੇ। 450 ਜਿਹੜੇ ਕੈਨੇਡਾ ਦੇ ਵਿੱਚ ਪ੍ਰਧਾਨਗੀ ਦੀ ਖਾਤਰ ਜਿਹੜੇ ਉੱਥੇ ਸਲਾਬੇ ਗਏ ਸਰੂਪ, ਸਾਡਾ ਪਿਓ ਜਿਹੜਾ ਸੀ ਉੱਥੇ ਹੀ ਬੈਠਾ ਰਹਿ ਗਿਆ, ਕਿਸੇ ਨੇ ਦਾ ਸਤਿਕਾਰ ਹੀ ਨਹੀਂ ਕੀਤਾ ਗਾ। ਉਂਝ ਜਾ ਕੇ ਗੁਰੂ ਘਰਾਂ 'ਚ ਖੰਡ ਪਾਠ ਕਰਾਉਂਦੇ ਨੇ, ਦਰਬਾਰ ਸਾਹਿਬ ਉਹਨਾਂ ਦੇ ਪਾਠ ਚੱਲਦੇ ਰਹਿੰਦੇ ਨੇ, ਘਰਾਂ ਦੇ ਵਿੱਚ ਗ੍ਰੰਥੀ ਸਿੰਘ ਪੱਕੇ ਰੱਖੇ ਹੋਏ ਨੇ, ਉਹਦਾ ਕੋਈ ਫਾਇਦਾ ਨਹੀਂ ਲੱਗਦਾ ਗਾ। ਹੁਣ ਜਿਹੜੀਆਂ ਬੇਅਦਬੀਆਂ ਰੋਕ ਨਹੀਂ ਰਹੀਆਂ, ਤੁਸੀਂ ਕਹਿੰਦੇ ਗੁੱਟ ਵੱਢ ਦਿੱਤਾ ਜਾਵੇ, ਪਰ ਜ਼ਿੰਮੇਵਾਰੀ ਕੌਣ ਚੁੱਕੇ ਇਸ ਚੀਜ਼ ਦੀ? ਜ਼ਿੰਮੇਵਾਰੀ ਮੈਂ ਤਾਂ ਇਹ ਕਹਿੰਦਾ ਜੀ ਵੀ ਆਪਣੇ ਪਿੰਡਾਂ ਦੇ ਵਿੱਚ ਤੁਹਾਨੂੰ ਆਪ ਦੇਖਣਾ ਚਾਹੀਦਾ। ਜੇ ਤੁਹਾਡੇ ਪਿੰਡ ਦੇ ਵਿੱਚ ਹੁੰਦਾ, ਤੁਹਾਡਾ ਜੇ ਇੱਕ ਪਿੰਡ ਦਾ ਏਕਾ ਹੋਊਗਾ, ਜੇ ਤੁਹਾਡੇ ਪਿੰਡ ਦਾ ਜੇ ਕੋਈ ਕਰਦਾ ਅੰਦਰ ਖਤਮ ਖਪਾ ਦਿਓ, ਲੱਗ ਜੂ ਪਤਾ। ਐਵੇਂ ਹੀ ਬਚਣਾ ਇਹ, ਜੋ ਹੋਣਾ ਐਵੇਂ ਹੀ ਹੋਣਾ। ਨਹੀਂ ਇਹ ਤੁਸੀਂ ਭੁਲੇਖਾ ਛੱਡ ਦਿਓ ਵੀ ਕੋਈ ਨਵਾਂ ਕੋਈ ਉੱਠੂਗਾ ਕੋਈ ਸਿੰਘ ਤੇ ਵੀ ਦੁਬਾਰਾ ਆ ਕੇ ਤੁਹਾਨੂੰ ਇਨਸਾਫ ਦਿਵਾਊਗਾ। ਇਹ ਤੁਹਾਨੂੰ ਆਪ ਦੇਖਣਾ ਪੈਣਾ ਵੀ ਤੁਸੀਂ ਆਪਣੇ ਗੁਰੂ ਸਾਹਿਬ ਦਾ ਜਿਹੜਾ ਸਤਿਕਾਰ ਉਹ ਕਿਵੇਂ ਬਰਕਰਾਰ ਰੱਖਣਾ। ਜਦੋਂ ਉਹ ਫੜੇ ਜਾਂਦੇ ਨੇ, ਜਿਵੇਂ ਹੁਣ ਮੰਡੀ ਗੋਬਿੰਦਗੜ੍ਹ ਵਾਲਾ ਉਹ ਵੀ ਕਹਿੰਦੇ ਮੈਂਟਲੀ ਅਪਸੈਟ ਸੀ, ਉਹਦੀ ਮੈਡੀਸਨ ਚੱਲਦੀ, ਜਿੰਨੇ ਥਾਵਾਂ ਤੇ ਬੇਅਦਬੀ ਹੁੰਦੀ ਹੈ ਜਾਂ ਗੁਰੂ ਘਰ 'ਚ ਜਾ ਕੇ ਮਹਾਰਾਜ ਦੇ ਪ੍ਰਕਾਸ਼ ਦੇ ਉੱਪਰ ਬਹਿ ਜਾਂਦੇ ਜਾਂ ਗੁਰੂ ਗ੍ਰੰਥ ਸਾਹਿਬ ਜਿਹੜਾ ਰੱਖਿਆ ਹੁੰਦਾ ਉਹਨੂੰ ਬਾਹਾਂ 'ਤੇ ਪਾ ਕੇ ਥੱਲੇ ਸੱਟ ਦਿੰਦੇ ਨੇ, ਹੈ ਨਾ, ਜਾਂ ਕਿਸੇ ਵੀ ਤਰ੍ਹਾਂ ਦੀ ਉੱਥੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹ ਮੈਂਟਲੀ ਅਪਸੈਟ ਹੀ ਕਿਉਂ ਹੁੰਦੇ ਆ? ਬਸ ਉਹੀ ਤਾਂ ਮੈਂ ਕਹਿੰਦਾ ਜੀ, ਜੇ ਉਹ ਮੈਂਟਲੀ ਅਪਸੈਟ ਹੁੰਦੇ ਆ ਫਿਰ ਆਪਣੀ ਵੀ ਰਿਪੋਰਟਾਂ ਤਿਆਰ ਰੱਖੋ ਵੀ ਅਸੀਂ ਵੀ ਮੈਂਟਲੀ ਅਪਸੈਟ ਹੋ ਗਏ ਜੀ, ਸਾਡੇ ਗੁਰੂ ਸਾਹਿਬ ਦਾ ਦੇਖਿਆ ਗਿਆ, ਸਾਨੂੰ ਇੱਕਦਮ ਸਮਝ ਨਹੀਂ ਆਇਆ, ਸਾਡਾ ਦਿਮਾਗ ਪਾਗਲ ਹੋ ਗਿਆ ਤੇ ਬਸ ਅਸੀਂ ਮੌਕੇ 'ਤੇ ਜੇ ਸਾਨੂੰ ਆਹ ਚੀਜ਼ ਸੁਝੀ ਅਸੀਂ ਕਰ ਦਿੱਤਾ। ਤੇ ਜਿਵੇਂ ਉਹ ਛੁੱਟ ਕੇ ਆ ਜਾਂਦੇ ਆ ਉਵੇਂ ਆਪਾਂ ਵੀ ਆ ਸਕਦੇ ਹਾਂ। ਗੱਲ ਇਹੀ ਆ ਬਈ ਤੁਸੀਂ ਜੇ ਆਪਣੇ ਗੁਰੂ ਸਾਹਿਬ ਨੂੰ ਬਚਾਉਣਾ ਵਾ ਤੇ ਇਹ ਐਵੇਂ ਚੱਲਣਾ ਵਾ। ਲੌਂਗੋਵਾਲ ਸਾਹਿਬ ਜਿਨ੍ਹਾਂ ਨੂੰ ਅਸੀਂ ਤਾਂ ਨਹੀਂ ਚੁਣਿਆ, ਜਿਹੜੀ ਸਮੁੱਚੀ ਸਿੱਖ ਸੰਗਤ ਉਹਨਾਂ ਨੇ ਨਹੀਂ ਚੁਣਿਆ, ਇਹ ਬਾਦਲ ਦੀ ਜੇਬਾਂ 'ਚੋਂ ਨਿਕਲੇ ਹੋਏ ਸਾਰੇ ਹੈਗੇ ਆ। ਇਹਨਾਂ ਨੇ ਹਜੇ ਤੱਕ ਇਹੋ ਜਿਹਾ ਕੋਈ ਹਜੇ ਕਾਨੂੰਨ ਨੂੰ ਕੋਈ ਇਹੋ ਜਿਹੀ ਐਪਲੀਕੇਸ਼ਨ ਲਿਖ ਕੇ ਨਹੀਂ ਭੇਜੀ ਬਈ ਤੁਸੀਂ ਜਿਹੜਾ ਅੱਜ ਤੱਕ ਬੇਅਦਬੀਆਂ ਹੋਈਆਂ ਨੇ ਉਹ 6 ਮਹੀਨੇ ਲਾ ਕੇ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਆ। ਤੁਸੀਂ ਉਹ ਤਾਂ ਅਮੈਂਡਮੈਂਟ ਰੋਜ਼ ਕਰਦੇ ਹੋ ਕਾਨੂੰਨ ਦੇ ਵਿੱਚ ਬਈ ਹਾਂਜੀ ਵੀ ਆਹ ਕਿਸਾਨੀ ਦਾ ਅਮੈਂਡਮੈਂਟ ਕਰਤੀ, ਆ ਬਿਜਲੀ ਦੀ ਅਮੈਂਡਮੈਂਟ ਕਰਤੀ, ਪਰ ਤੁਸੀਂ ਇਹ ਜਿਹੜੇ ਆ ਬੇਅਦਬੀ ਕਰਦੇ ਆ ਜੇ ਉਹਨਾਂ ਦੀ ਕੋਈ ਅਮੈਂਡਮੈਂਟ ਕਿਉਂ ਨਹੀਂ ਕਰਦੇ? ਉਹਦੇ ਤੁਸੀਂ ਕਿਉਂ ਨਹੀਂ ਤੁਸੀਂ ਲੌਂਗੋਵਾਲ ਸਾਹਿਬ ਕਿਸੇ ਨੂੰ ਭੇਜਦੇ? ਤੁਸੀਂ ਜੇ ਤੁਹਾਨੂੰ ਚੁਣਿਆ ਹੋਇਆ ਤੁਸੀਂ ਜੇ ਇਹ ਤਾਂ ਸੋਚੋ ਪਹਿਲਾਂ ਵੀ ਜਿਹੜਾ ਗੁਰੂ ਸਾਹਿਬ ਦੇ ਜਿਹੜੇ ਸਰੂਪਾਂ ਦੀ ਰੋਜ਼ ਬੇਅਦਬੀ ਹੁੰਦੀ ਆ, ਤੁਸੀਂ ਇੱਕ ਸਰਕਾਰ ਨੂੰ ਇਹ ਵੀ ਲਿਖ ਕੇ ਭੇਜ ਸਕਦੇ ਆ ਵੀ ਇਹਦੇ ਵਿੱਚ ਕੀ ਅਮੈਂਡਮੈਂਟ ਕਰੋ ਵੀ ਜੇ ਕੋਈ ਕਿਸੇ ਇਸ ਦੀ ਬੇਅਦਬੀ ਕਰਦਾ ਤੇ ਉਹਨੂੰ ਵੱਧ ਤੋਂ ਵੱਧ ਸਜ਼ਾ ਮਿਲੇ, 5 ਸਾਲ ਜਾਂ 10 ਸਾਲ ਹੋਵੇ, ਤਾਂ ਜੋ ਅਗਲੇ ਦੇ ਜਿਹੜੇ 5 ਸਾਲ ਜਾਂ 10 ਸਾਲ ਅੰਦਰ ਲੱਗਣ ਤਾਂ ਉਹਨੂੰ ਪਤਾ ਲੱਗੇ ਵੀ ਭਾਈ ਮੇਰੀ ਅੱਧੀ ਜ਼ਿੰਦਗੀ ਖਰਾਬ ਹੋਊਗੀ, ਮੈਂ ਇਹ ਕੰਮ ਨਾ ਕਰਾਂ।
ਜਾਂ ਇਹ ਛੁਟਕਾਰਾ ਜਾਂ ਇਹ ਦੂਜਾ ਛੁਟਕਾਰਾ ਜਿਹੜਾ ਗੁੱਟਾਂ ਲਾਏ ਜਾਣ, ਅਗਲੇ ਨੂੰ ਪਤਾ ਲੱਗੇ ਵੀ ਸਾਨੂੰ ਵੀ ਹੱਥ ਨਹੀਂ ਰਹਿਣੇ। ਇਹ ਵੱਡੀ ਸਟੇਟਮੈਂਟ ਆ ਤੁਹਾਡੀ ਦੇ ਦਿੱਤੀ ਤੁਸੀਂ, ਪਰ ਜਿਹੜਾ ਇੱਥੇ ਲੌਂਗੋਵਾਲ ਦੇ ਵਿੱਚ ਧਰਨਾ ਲਾਇਆ ਹੈ, ਲੌਂਗੋਵਾਲ ਥਾਂ ਹੀ ਕਿਉਂ ਚੁਣਿਆ ਹੈ? ਕਿਉਂਕਿ ਕੁਝ ਸਿੰਘ ਤਾਂ ਦਰਬਾਰ ਸਾਹਿਬ ਬੈਠੇ, ਉੱਥੇ ਕਿਉਂ ਨਹੀਂ ਸਮਰਥਨ ਕੀਤਾ? ਦੇਖੋ ਜੀ, ਲੌਂਗੋਵਾਲ ਸਾਹਿਬ ਦਾ ਅਸੀਂ ਜਿਹੜੀ ਜਗ੍ਹਾ ਤਾਂ ਚੁਣੀ ਆ ਕਿਉਂਕਿ ਲੌਂਗੋਵਾਲ ਸਾਹਿਬ ਇਸ ਵਕਤ SGPC ਦੇ ਪ੍ਰਧਾਨ ਨੇ, ਅਤੇ ਉਹਨਾਂ ਤੋਂ ਜਦੋਂ ਜਿਹੜਾ ਸੰਗਤ ਨੇ ਸਵਾਲ ਪੁੱਛੇ ਆ ਅਤੇ ਉਹ ਸਵਾਲ ਉਹਦਾ ਕਦੇ ਕਹਿ ਦਿੰਦੇ ਨੇ ਜੀ ਵੀ ਨਹੀਂ ਇਹ ਜਿਹੜੀ ਬੇਅਦਬੀ ਨਹੀਂ ਹੋਈ, ਵੀ ਜਿਹੜੇ ਸਰੂਪ ਸੀਗੇ ਵੀ ਇਹ ਲਿਖਤ ਦੇ ਵਿੱਚ ਘਾਟ ਹੋ ਗਈ ਤਾਂ ਹੋ ਗਿਆ, ਕਦੇ ਫਿਰ ਦੁਬਾਰਾ ਫਿਰ ਆਪਣਾ ਬਿਆਨ ਚੇਂਜ ਕਰ ਦਿੰਦੇ ਨੇ ਜੀ ਇਹ ਹੋਇਆ ਵਾ। ਇਸ ਕਰਕੇ ਅੱਜ ਅਸੀਂ ਲੌਂਗੋਵਾਲ ਸਾਹਿਬ ਦੇ ਘਰ ਦੇ ਬਾਹਰ ਆ ਕੇ ਖੜ੍ਹੇ ਹਾਂ ਬਈ ਜਿਹੜੀ ਕਰਕੇ ਤੁਹਾਨੂੰ ਚੁਣਿਆ ਗਿਆ ਵਾ ਤੁਸੀਂ ਉਹ ਚੀਜ਼ 'ਤੇ ਪੂਰ ਨਹੀਂ ਉਤਰ ਰਹੇ, ਕਿਰਪਾ ਕਰਕੇ ਤੁਸੀਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਵੋ, ਅਤੇ ਜਿੰਨੇ ਤੁਹਾਡੇ ਮੈਂਬਰਸ ਨੇ ਤੁਹਾਨੂੰ ਦੇਖ ਕੇ ਉਹ ਵੀ ਆਦਰ ਗੁਰੂ ਸਾਹਿਬ ਦੇ ਆਦਰ ਮਾਣ ਲਈ ਆਪਣਾ ਅਸਤੀਫਾ ਦੇਣ, ਤਾਂ ਜੋ ਜਿਹੜੀ 10 ਸਾਲ ਦੀ SGPC ਦੀ ਚੋਣ ਨਹੀਂ ਹੋ ਰਹੀ ਉਹ ਦੁਬਾਰਾ ਹੋ ਸਕੇ ਅਤੇ ਕੋਈ ਵਧੀਆ ਜਿਹੜੇ ਨੌਜਵਾਨ ਜਿਹੜੇ ਗੁਰੂ ਸਾਹਿਬ ਦਾ ਆਦਰ ਮਾਣ ਬਰਕਰਾਰ ਰੱਖ ਸਕਣ ਉਹ ਅੱਗੇ ਆ ਸਕਣ। ਤੁਸੀਂ ਅਸਤੀਫੇ ਦੀ ਮੰਗ ਕੀਤੀ, ਅਸਤੀਫਾ ਤਾਂ ਉਹ ਦੇ ਦੇਣਗੇ, ਪਰ ਅਸਤੀਫਾ ਦੇ ਕੇ ਖਹਿੜਾ ਨਹੀਂ ਨਾ ਛੁੱਟਣਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਲਾਪਤਾ ਹੋਏ ਨੇ, ਉਹਨਾਂ ਦੀ ਮੈਨੇਜਮੈਂਟ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਸੀਗਾ। 77 ਉਹਦੇ ਵਿੱਚੋਂ ਲਾਂਭੇ ਕਰਕੇ ਵੀ ਨਹੀਂ ਜਿਹੜਾ ਇਹਦਾ ਖਹਿੜਾ ਛੁੱਟਣਾ ਗਾ, ਕਿਉਂਕਿ ਕੰਮ ਹੀ ਇੰਨਾ ਗਲਤ ਹੋ ਗਿਆ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਅੱਧੀ ਵੀ ਬੇਅਦਬੀ ਹੋਣੀ ਹੈ ਅਤੇ ਇਹਨਾਂ ਦੀ ਗਿਣਤੀ ਜਿਹੜੀ ਉਹ ਵੱਧ ਕਿੰਨੀ ਹੋ ਗਈ ਹੈ? ਜਿਹੜੀ ਜੀ 450 ਸਰੂਪਾਂ ਦੀ ਆਪਾਂ ਸ਼੍ਰੀ ਗੁਰੂ ਕੈਨੇਡਾ ਕਹਿੰਦੇ ਆ 2014 ਦਾ, ਉਹਦੇ ਵਿੱਚ ਮਹਾਰਾਜ ਦੇ ਅੰਗ ਜਿਹੜੇ ਆ ਉਹ ਸਲਾਬੇ ਹੋ ਗਏ ਸੀਗੇ ਜਿਹੜੇ ਬਈ ਪਾਣੀ ਨਾਲ, ਪਰ ਜੋ ਮੈਨੂੰ ਪਤਾ ਲੱਗਿਆ ਵੀ ਉਹ ਇਹਨਾਂ ਨੇ ਗੁਪਤ ਤੌਰ 'ਤੇ ਫਿਰ ਘੱਟ ਰੇਟਾਂ ਦੇ ਫਿਰ ਉੱਥੇ ਕਿਤੇ ਦੇ ਦਿੱਤੇ ਆ ਆਮ ਸੰਗਤ ਦੇ ਵਿੱਚ, ਬਈ ਉਹ ਹਾਲੇ ਤੱਕ ਵੀ ਉਹਨਾਂ ਨੇ ਬੱਸਾਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਬੱਸ ਉੱਥੇ ਹੀ ਖੜ੍ਹੀ ਆ, ਜਿਹੜੇ ਮਹਾਰਾਜ ਦੇ ਸਰੂਪ ਉਹਦੇ ਵਿੱਚ ਨੇ, ਪਰ ਉਹ ਅਸਲ ਦੇ ਵਿੱਚ ਬੱਸ ਵੀ ਉੱਥੋਂ ਗਾਇਬ ਕਰ ਦਿੱਤੀ ਗਈ ਆ ਅਤੇ ਜਿਹੜੇ ਮਹਾਰਾਜ ਦੇ ਸਰੂਪ ਨੇ ਉਹ ਵੀ ਗਾਇਬ ਕਰ ਦਿੱਤੇ ਗਏ ਨੇ। ਅਤੇ ਇਹ ਜਿਹੜੀ ਹੈ ਲੌਂਗੋਵਾਲ ਸਾਹਿਬ ਜਿਹੜੇ ਹੈਗੇ ਆ ਵੀ ਇਹਨਾਂ ਨੂੰ ਜਵਾਬ ਅੱਜ ਨਹੀਂ ਤਾਂ ਕੱਲ੍ਹ ਇਹ ਦੇਣਾ ਹੀ ਪੈਣਾ, ਚਾਹੇ ਤੁਸੀਂ ਆਪਣਾ ਅਸਤੀਫਾ ਦੇ ਦਿਓ ਅਤੇ ਨਹੀਂ ਤਾਂ ਸਿੱਖ ਕੌਮ ਤਾਂ ਤੁਹਾਡੇ ਦਰ 'ਤੇ ਅੱਜ ਖੜ ਗਈ ਆ, ਕੱਲ੍ਹ ਨੂੰ ਤੁਹਾਡੇ ਉੱਥੇ ਦਫ਼ਤਰ ਦੇ ਮੂਹਰੇ ਆ ਕੇ ਵੀ ਖੜੂਗੀ, ਜਵਾਬ ਤੁਹਾਨੂੰ ਦੇਣਾ ਪੈਣਾ ਵਾ, ਬਿਨ ਜਵਾਬ ਦੇਣਾ ਤੁਹਾਨੂੰ ਭੱਜਣ ਨਹੀਂ ਦੇਵਾਂਗੇ। ਮੰਗ ਕੀ ਕਰਦੇ ਹੋ ਜਿਹੜੇ ਇਹਨਾਂ ਦੇ ਦੋਸ਼ੀ ਨੇ ਸ਼੍ਰੋਮਣੀ ਕਮੇਟੀ ਦੇ? ਸ਼੍ਰੋਮਣੀ ਕਮੇਟੀ ਦੇ ਜਿਹੜੇ ਜਿੰਨੇ ਵੀ ਦੋਸ਼ੀ ਨੇ ਜੀ, ਅਸੀਂ ਤਾਂ ਕਹਿੰਦੇ ਹਾਂ ਵੀ ਜਿਹੜੇ ਉਹ ਵੀ ਸਾਡੇ ਭਰਾ ਨੇ, ਗੁਰਸਿੱਖ ਤਾਂ ਹੈਗੇ ਨੇ, ਬਈ ਜਿਹੜੇ ਤੁਸੀਂ ਛੋਟੇ ਪੱਧਰ 'ਤੇ ਜਿਹੜੇ ਹੈਗੇ ਆ ਉਹ ਆਪ ਅੱਗੇ ਆਉਣ, ਆ ਕੇ ਇਹਨਾਂ ਦੀ ਕਰਤੂਤਾਂ ਗਿਣਾਉਣ ਵੀ ਇਹਨਾਂ ਨੇ ਹੁਣ ਤੱਕ ਕੀ ਕੁਛ ਬਾਦਲ ਦੀ ਆੜ ਦੇ ਵਿੱਚ ਅਤੇ ਸਿੱਖਾਂ ਦੇ ਜਿਹੜਾ ਮੰਗੋਠਾ ਪਾ ਕੇ ਵੀ ਇਹਨਾਂ ਨੇ ਕੀ ਕੀਤਾ ਵਾ। ਕਿਉਂਕਿ ਜਿਹੜੀ BJP ਜਦ ਅੱਜ ਤੋਂ 10 ਸਾਲ ਬਾਅਦ ਪਹਿਲਾਂ ਇੱਥੇ ਆਈ ਆ ਪੰਜਾਬ ਦੇ ਵਿੱਚ, ਉਹ ਬਾਦਲੇ ਲੈ ਕੇ ਆਏ ਨੇ ਉਹਨਾਂ ਨੂੰ, ਹੋਰ ਕੋਈ ਨਹੀਂ ਲੈ ਕੇ ਆਇਆ BJP ਨੂੰ, ਅਤੇ ਉਦੋਂ ਤੋਂ ਹੀ ਜਿਹੜੀਆਂ ਬੇਅਦਬੀਆਂ ਅਤੇ ਜਿਹੜੇ RSS ਵਾਲੇ ਅੱਜ ਆ ਕੇ ਹਰ ਥਾਂ ਦੇ ਕਰਦੇ ਆ, ਜਾਂ 6 ਜੂਨ ਨੂੰ ਆਪਾਂ ਜਰਾ ਕਿ ਸੰਤਾਂ ਦੇ ਪੁਤਲੇ ਸਾੜਦੇ ਜਾਂ ਕੁਛ ਕਰਦੇ ਆ, ਉਹ ਇਹੀ ਲੈ ਕੇ ਆਏ ਨੇ, ਅਤੇ ਇਹਨਾਂ ਨੂੰ ਹੀ ਹੁਣ ਜਵਾਬ ਦੇਣਾ ਚਾਹੀਦਾ। ਹੁਣ ਵਿੱਚੋਂ ਮਾੜਾ ਮੋਟਾ ਤਾਂ ਕਹਿ ਦਿੰਦੇ ਨੇ ਜੀ ਮੈਂ ਕਿਸਾਨਾਂ ਕਰਕੇ ਆਪਣਾ ਬਈ ਬੀਬੀ ਹਰਸਿਮਰਤ ਕੌਰ ਕਹਿੰਦੀ ਆ ਮੈਂ ਬਈ ਆਪਣਾ ਅਸਤੀਫਾ ਦੇਤਾ, ਪਰ ਤੁਸੀਂ ਉਹਨਾਂ ਨਾਲ ਅਲਾਇੰਸ ਤਾਂ ਅਜੇ ਤੱਕ ਤੋੜਿਆ ਨਹੀਂ। ਬਈ ਜੇ ਤਾਂ ਤੁਸੀਂ ਕੌਮ ਨੂੰ ਮੂੰਹ ਦਿਖਾਉਣਾ ਫਿਰ ਚੱਜ ਨਾਲ ਦਿਖਾਓ, ਵੀ ਅਲਾਇੰਸ ਤੋੜੋ BJP ਨਾਲ, ਤਾਂ ਜੋ ਪਤਾ ਲੱਗੇ ਲੋਕਾਂ ਦੇ ਅੱਗੇ ਸੱਚੇ ਬਣਨ ਨੂੰ। ਤੁਸੀਂ ਇੰਨਾ ਕੁ ਕਹਿ ਦਿੰਦੇ ਹੋ ਵੀ ਅਸੀਂ ਜੀ ਆਹ ਅਸਤੀਫਾ ਦੇਤਾ, ਉਵੇਂ ਹੀ ਲੌਂਗੋਵਾਲ ਸਾਹਿਬ ਜਿਹੜੇ ਇਹਨਾਂ ਦੇ ਪੜ੍ਹ ਕੇ ਆਉਂਦੇ ਆ ਵੀ ਜਿਹੜੇ ਸਾਡੇ ਉਤਲੇ ਬਾਦਲ ਦੇ ਦਲ ਆ ਉਹ ਕਿਵੇਂ ਰਾਜਨੀਤੀ ਕਰਦਾ, ਉਵੇਂ ਇਹ ਥੱਲੇ ਜਿਹੜੇ ਸਿੱਖਾਂ ਨਾਲ ਰਾਜਨੀਤੀ ਕਰ ਰਹੇ ਆ, ਪਰ ਉਹ ਜਿਹੜੀ ਸਿੱਖ ਕੌਮ ਆ ਚੱਲਣ ਨਹੀਂ ਦੇਊਗੀ, ਅਤੇ ਤੁਹਾਡੇ ਤੋਂ ਅੱਜ ਨਹੀਂ ਤਾਂ ਕੱਲ੍ਹ ਤੁਹਾਡੇ ਤੋਂ ਸਾਰਾ ਜਵਾਬ ਲਿਆ ਜਾਊਗਾ ਜੀ। ਇਹ ਸਨ ਅੰਮ੍ਰਿਤਪਾਲ ਸਿੰਘ ਛੰਦੜਾ, ਜਿਹੜੇ ਕਿ ਮਾਨ ਦਲ ਤੋਂ ਯੂਥ ਪ੍ਰਧਾਨ ਨੇ ਪੰਜਾਬ ਦੇ। ਮਸਲਾ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ। ਇੱਕ ਪਾਸੇ ਕਿਸਾਨਾਂ ਦਾ ਜਿਹੜਾ 3 ਆਰਡੀਨੈਂਸ ਜਾਰੀ ਕਰ ਦਿੱਤੇ ਗਏ, ਕਿਸਾਨ ਸੜਕਾਂ 'ਤੇ ਆ ਗਏ ਆ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸੜਕਾਂ 'ਤੇ ਆ ਗਏ ਆ। ਪੰਜਾਬ ਦੇ ਹਾਲਾਤ ਜਿਹੜੇ ਉਹ ਬਾਹਲੇ ਬਿਹਤਰ ਨਹੀਂ ਹੈਗੇ ਗੇ, ਕਿਉਂਕਿ ਜ਼ਿਆਦਾਤਰ ਲੋਕ ਅੱਜ ਕੱਲ੍ਹ ਸੜਕਾਂ 'ਤੇ ਹੀ ਮਿਲਦੇ ਨੇ, ਕਾਰੋਬਾਰ ਆਪਦੇ ਸਾਰਾ ਕੁਝ ਭੁੱਲੀ ਬੈਠੇ ਨੇ ਕਿ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਏ, ਕਿਸਾਨਾਂ ਦੇ ਆਰਡੀਨੈਂਸ ਦਾ ਮਾਮਲਾ ਏ, ਸਰਕਾਰ ਇੰਨਾ ਧੱਕਾ ਕਿਉਂ ਕਰ ਰਹੀ ਹੈ। ਜੇਕਰ ਕਾਨੂੰਨ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਟਹਿਰੇ ਦੇ ਪਿੱਛੇ ਦਿੱਤਾ ਜਾਵੇ, ਆਰਡੀਨੈਂਸ ਵਾਪਸ ਲੈ ਜਾਣ, ਤੇ ਮੈਨੂੰ ਲੱਗਦਾ ਪੰਜਾਬ ਦੇ ਜਿਹੜੇ ਹਾਲਾਤ ਉਹ ਬਿਹਤਰ ਹੋ ਸਕਦੇ ਨੇ। ਜੇਕਰ ਅਜਿਹਾ ਕੁਝ ਨਾ ਆਇਆ ਤਾਂ ਹੁਣ ਜਿਹੜੇ ਕਿਸਾਨਾਂ ਦੇ ਮੂੰਹਾਂ ਦੇ ਵਿੱਚੋਂ, ਨੌਜਵਾਨੀ ਦੇ ਮੂੰਹਾਂ ਦੇ ਵਿੱਚੋਂ, ਸਿੱਖਾਂ ਦੇ ਮੂੰਹਾਂ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਣ ਲੱਗ ਪਈਆਂ ਕਿ ਸਾਨੂੰ ਬਾਗੀ ਹੋਣਾ ਪੈਣਾ, ਅਤੇ ਉਹ ਟਾਈਮ ਮੈਨੂੰ ਲੱਗਦਾ ਦੂਰ ਨਹੀਂ ਗਾ। ਜੇਕਰ ਅਜਿਹਾ ਕੁਝ ਨਾ ਰੋਕਿਆ ਤਾਂ ਸਰਕਾਰ ਨੂੰ ਪੂਰਾ ਤੇ ਸੁਚੇਤ ਹੋ ਕੇ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਦਾ ਜਿਹੜਾ ਕਿਵੇਂ ਇਹਨੂੰ ਬਹਾਲ ਰੱਖਿਆ ਜਾ ਸਕੇ, ਕਿਵੇਂ ਲੋਕਾਂ 'ਚ ਸ਼ਾਂਤੀ ਰੱਖੀ ਜਾ ਸਕੇ, ਉਸ 'ਤੇ ਪੂਰਾ ਧਿਆਨ ਦੇਣਾ ਚਾਹੀਦਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।